स्टार्ट। ਭਾਰਤੀ ਖੇਡ ਜਗਤ 'ਚ ਪਹਿਲਵਾਨ ਸੁਸ਼ੀਲ ਕੁਮਾਰ ਉਹ ਅਦੁੱਤੀ ਹਸਤੀ ਹੈ ਜਿਸ ਨੇ ਓਲੰਪਿਕ ਖੇਡਾਂ ਦੀ ਵਿਅਕਤੀਗਤ ਸ਼੍ਰੇਣੀ 'ਚ 2 ਵਾਰ ਓਲੰਪਿਕ ਮੈਡਲ ਜਿੱਤਣ ਦਾ ਮਾਣ ਹਾਸਲ ਕੀਤਾ ਹੈ। ਡੰਡੀ 26 ਮਈ 1983 ਨੂੰ ਦਿੱਲੀ ਦੇ ਨਛਵਗੜ੍ਹ ਇਲਾਕੇ ਦੇ ਪਿੰਡ ਬਪਰੋਲਾ ਵਿਖੇ ਮਾਤਾ ਕਮਲਾ ਦੇਵੀ ਦੀ ਕੁੱਖ ਨੂੰ ਸੁਲੱਖਣੀ ਕਰਨ ਵਾਲੇ ਸੁਸ਼ੀਲ ਨੂੰ ਕੁਸ਼ਤੀ ਲੜਨ ਦੀ ਜਾਗ ਘਰ ਤੋਂ ਹੀ ਲੱਗੀ, ਕਿਉਂਕਿ ਉਸਦਾ ਪਿਤਾ ਦੀਵਾਨ ਸਿੰਘ ਖੁਦ ਫਰੀ ਸਟਾਈਲ ਕੁਸ਼ਤੀ ਦਾ ਨਾਮਵਰ ਖਿਡਾਰੀ ਸੀ। ਡੰਡੀ ਕੇਵਲ 14 ਵਰ੍ਹਿਆਂ ਦੀ ਉਮਰ 'ਚ ਹੀ ਉਸਨੇ ਛਤਰਪਾਲ ਸਟੇਡੀਅਮ ਦੇ ਅਖਾੜੇ 'ਚ ਕੁਸ਼ਤੀ ਦਾ ਬਕਾਇਦਾ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ ਸੀ। ਡੰਡੀ ਉਮਰ ਦੇ 15ਵੇਂ ਤੇ 16ਵੇਂ ਵਰ੍ਹੇ 'ਚ ਵਿਸ਼ਵ ਕੈਡਟ ਖੇਡਾਂ ਤੇ ਏਸ਼ੀਆਈ ਜੂਨੀਅਰ ਕੁਸ਼ਤੀ ਚੈਂਪੀਅਨਸ਼ਿਪ 'ਚ ਸੋਨ ਤਗਮੇ ਹਾਸਲ ਕਰਕੇ ਹੋਣਹਾਰ ਬਿਰਵਾਨ ਕੇ ਹੋਤ ਚਿਕਨੇ ਪਾਤ ਦਾ ਪ੍ਰਮਾਣ ਦੇ ਦਿੱਤਾ ਸੀ। ਡੰਡੀ ਉਸ ਦਾ ਸੁਭਾਗ ਹੀ ਕਿਹਾ ਜਾ ਸਕਦਾ ਹੈ ਕਿ ਉਸਨੂੰ ਭਾਰਤ ਦੇ ਹੋਣਹਾਰ ਕੋਚਾਂ ਅਰਜਨ ਅਵਾਰਡੀ ਸਤਪਾਲ ਧਿਆਨ ਸਿੰਘ ਤੇ ਰਾਜਕੁਮਾਰ ਬੈਸਲਾ ਆਦਿ ਤੋਂ ਸਿਖਲਾਈ ਲੈਣ ਦਾ ਮੌਕਾ ਮਿਲਿਆ। ਡੰਡੀ 20 ਸਾਲ ਦੀ ਉਮਰ 'ਚ ਜੂਨੀਅਰ ਤੋਂ ਸੀਨੀਅਰ ਦਾ ਸਫ਼ਰ ਤੈਅ ਕਰਦਿਆਂ ਉਸ ਨੇ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਗਮਾ ਪ੍ਰਾਪਤ ਕੀਤਾ ਸੀ। ਡੰਡੀ ਇਸ ਉਪਰੰਤ 2005 ਤੋਂ 2007 ਦੀਆਂ ਕਾਮਨਵੈਲਥ ਖੇਡਾਂ ਵਿੱਚ ਸੋਨ ਤਗਮੇ ਹਾਸਲ ਕਰਕੇ ਉਸਨੇ ਭਾਰਤੀ ਤਿਰੰਗੇ ਦਾ ਕੱਦ ਹੋਰ ਉੱਚਾ ਕਰ ਦਿੱਤਾ ਸੀ। ਡੰਡੀ 2008 ਦੀਆਂ ਬੀਜਿੰਗ ਓਲੰਪਿਕ ਖੇਡਾਂ ਵਿੱਚ ਕਜ਼ਾਕਿਸਤਾਨ ਦੇ ਨਾਮੀ ਪਹਿਲਵਾਨ ਉਨਲਿਡ ਸਿਪਰਨੋਵੇ ਨੂੰ 3-1 ਦੇ ਫਰਕ ਨਾਲ ਮਾਤ ਦੇ ਕੇ ਸੁਸ਼ੀਲ ਨੇ ਤਾਂਬੇ ਦਾ ਤਗਮਾ ਭਾਰਤ ਦੀ ਝੋਲੀ ਪਾਇਆ ਸੀ ਤੇ 2012 ਵਿੱਚ ਬੜੇ ਹੀ ਕਰੜੇ ਸੰਘਰਸ਼ ਤੋਂ ਬਾਅਦ ਫਾਈਨਲ ਮੁਕਾਬਲਿਆਂ ਵਿੱਚ ਪੁੱਜਣ ਦੇ ਬਾਵਜੂਦ ਉਹ ਜਾਪਾਨੀ ਪਹਿਲਵਾਨ ਤਾਤਹੀਰੋ ਹੱਥੋਂ ਮਾਤ ਖਾ ਗਿਆ ਸੀ, ਜਿਸ ਕਰਕੇ ਉਸ ਨੂੰ ਚਾਂਦੀ ਦੇ ਤਗਮੇ ਨਾਲ ਹੀ ਸਬਰ ਕਰਨਾ ਪਿਆ ਸੀ। ਡੰਡੀ 2012 ਦੀਆਂ ਲੰਡਨ ਵਿਖੇ ਹੋਈਆਂ ਓਲੰਪਿਕ ਖੇਡਾਂ ਦੀ ਆਰੰਭਤਾ ਵੇਲੇ ਭਾਰਤੀ ਦਲ ਦਾ ਝੰਡਾ ਬਰਦਾਰ ਬਣ ਕੇ ਅਗਵਾਈ ਕਰਨ ਦਾ ਮਾਣ ਸੁਸ਼ੀਲ ਕੁਮਾਰ ਦੇ ਹਿੱਸੇ ਆਇਆ ਸੀ। ਡੰਡੀ ਸੁਸ਼ੀਲ ਕੁਮਾਰ ਭਾਰਤ ਦਾ ਉਹ ਮਾਣਮੱਤਾ ਪਹਿਲਵਾਨ ਹੈ ਜਿਸ ਨੇ ਕਾਮਨਵੈਲਥ ਖੇਡਾਂ ਵਿੱਚ 3 ਸੋਨੇ ਦੇ ਤਗਮੇ, ਏਸ਼ੀਆਈ ਚੈਂਪੀਅਨਸ਼ਿਪ ਵਿੱਚ ਸੋਨੇ ਤੇ ਚਾਂਦੀ ਦੇ 4 ਤਗਮੇ, ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਅਤੇ ਕਾਮਨਵੈਲਥ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਸੋਨੇ ਦੇ 5 ਤਗਮਿਆਂ ਸਮੇਤ ਕਈ ਹੋਰ ਕੌਮਾਂਤਰੀ ਇਨਾਮ ਹਾਸਲ ਕਰਕੇ ਕੌਮਾਂਤਰੀ ਕੁਸ਼ਤੀ 'ਚ ਆਪਣੀ ਧਾਕ ਜਮਾਈ ਹੈ। ਡੰਡੀ ਸਰੀਰਕ ਸਿੱਖਿਆ ਵਿਸ਼ੇ ਵਿੱਚ ਪੋਸਟ ਗ੍ਰੈਜੂਏਟ ਸੁਸ਼ੀਲ ਕੁਮਾਰ ਵਰਤਮਾਨ ਸਮੇਂ ਵਿੱਚ ਭਾਰਤੀ ਰੇਲਵੇ ਵਿੱਚ ਮੈਨੇਜਰ ਦੇ ਅਹੁਦੇ ਦੀ ਸ਼ੋਭਾ ਵਧਾ ਰਿਹਾ ਹੈ। ਡੰਡੀ ਸੁਸ਼ੀਲ ਕੁਮਾਰ ਦਾ ਕੁਸ਼ਤੀ ਜਗਤ ਵਿੱਚ ਯੋਗਦਾਨ ਲਾਸਾਨੀ ਹੈ ਤੇ ਕੇਂਦਰ ਸਰਕਾਰ ਵੱਲੋਂ
ਵੱਲੋਂ ਵੀ ਉਸ ਦੀ ਲਾਮਿਸਾਲ ਖੇਡ ਪ੍ਰਤਿਭਾ ਦਾ ਸਨਮਾਨ ਕਰਦਿਆਂ ਉਸ ਨੂੰ ਅਰਜੁਨ ਅਵਾਰਡ, ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਅਤੇ ਪਦਮ ਸ਼੍ਰੀ ਜਿਹੇ ਉੱਚ ਕੋਟੀ ਦੇ ਸਨਮਾਨਾਂ ਨਾਲ ਨਵਾਜਿਆ ਜਾ ਚੁੱਕਾ ਹੈ। ਡੰਡੀ ਇਸ ਤੋਂ ਇਲਾਵਾ ਦਿੱਲੀ ਦੀ ਰਾਜ ਸਰਕਾਰ, ਹਰਿਆਣਾ ਸਰਕਾਰ, ਸਪੋਰਟਸ ਅਥਾਰਟੀ ਆਫ ਇੰਡੀਆ ਅਤੇ ਅਨੇਕਾਂ ਹੋਰ ਜਨਤਕ ਅਦਾਰੇ ਉਸ ਦੀ ਖੇਡ ਕਲਾ ਨੂੰ ਨਤਮਸਤਕ ਹੁੰਦਿਆਂ ਉਸ ਦਾ ਸਨਮਾਨ ਕਰ ਚੁੱਕੇ ਹਨ। ਡੰਡੀ ਭਵਿੱਖ 'ਚ ਉਸ ਤੋਂ ਹੋਰ ਵੀ ਉਮੀਦਾਂ ਹਨ। ਡੰਡੀ ਜੇਕਰ ਜਰਮਨੀ ਦੇ ਅਖਬਾਰ ਡੇਰ ਸਪੀਗਲ 'ਚ ਛਪੀ ਇਹ ਖਬਰ ਸਹੀ ਹੈ ਤਾਂ ਮੰਨ ਕੇ ਚੱਲੀਏ ਕਿ ਹੁਣ ਅਫਗਾਨਿਸਤਾਨ ਹੀ ਨਹੀਂ, ਪੂਰੇ ਦੱਖਣੀ ਏਸ਼ੀਆ ਦੇ ਚੰਗੇ ਦਿਨ ਆਉਣ ਹੀ ਵਾਲੇ ਹਨ। ਡੰਡੀ ਜੋ ਗੱਲ ਮੈਂ ਪਿਛਲੇ 25-30 ਸਾਲ ਤੋਂ ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਅਤੇ ਰਾਸ਼ਟਰਪਤੀਆਂ ਨੂੰ ਕਹਿੰਦਾ ਰਿਹਾ ਹਾਂ, ਉਸ ਦੇ ਪ੍ਰਵਾਨ ਚੜ੍ਹਨ ਦੇ ਲੱਛਣ ਹੁਣ ਦਿਖਾਈ ਦੇਣ ਲੱਗ ਪਏ ਹਨ। ਡੰਡੀ 3 ਦਿਨ ਪਹਿਲਾਂ ਮੈਂ ਲਿਖਿਆ ਸੀ ਕਿ ਪਾਕਿਸਤਾਨ ਦੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਅਚਾਨਕ ਕਾਬਲ ਕਿਉਂ ਪਹੁੰਚ ਗਏ ਹਨ। ਡੰਡੀ ਹੁਣ ਪਤਾ ਲੱਗਾ ਕਿ ਉਹ ਅਸ਼ਰਫ ਗਨੀ ਅਤੇ ਡਾਕਟਰ ਅਬਦੁੱਲਾ ਦੀ ਸਰਕਾਰ ਨਾਲ ਤਲਵਾਰ ਖੜਕਾਉਣ ਨਹੀਂ, ਹੱਥ ਮਿਲਾਉਣ ਗਏ ਹਨ। ਡੰਡੀ ਬਾਜਵਾ ਨੇ ਅਫਗਾਨ ਨੇਤਾਵਾਂ ਨੂੰ ਕਿਹਾ ਹੈ ਕਿ ਅਫਗਾਨਿਸਤਾਨ 'ਚ ਇਸਲਾਮੀ ਅਮੀਰਾਤ ਜਾਂ ਤਾਲਿਬਾਨ ਦਾ ਰਾਜ ਮੁੜ ਤੋਂ ਕਾਇਮ ਹੋਣਾ ਨਾ ਤਾਂ ਦੱਖਣੀ ਏਸ਼ੀਆ ਲਈ ਚੰਗਾ ਹੈ ਅਤੇ ਨਾ ਹੀ ਪਾਕਿਸਤਾਨ ਦੇ ਲਈ। ਡੰਡੀ ਪਾਕਿਸਤਾਨ ਦੇ ਸਭ ਤੋਂ ਸ਼ਕਤੀਸ਼ਾਲੀ ਆਦਮੀ ਦੇ ਮੂੰਹੋਂ ਜੇਕਰ ਇਹ ਗੱਲ ਨਿਕਲੀ ਹੈ ਤਾਂ ਇਸ ਤੋਂ ਵੱਧ ਖੁਸ਼ੀ ਵਾਲੀ ਗੱਲ ਕੀ ਹੋ ਸਕਦੀ ਹੈ। ਡੰਡੀ ਪਾਕਿਸਤਾਨ ਦੀ ਛਤਰਛਾਇਆ 'ਚ ਹੀ ਤਾਲਿਬਾਨ ਅੰਦੋਲਨ ਪੈਦਾ ਹੋਇਆ ਹੈ। ਡੰਡੀ 1983 'ਚ ਜਦੋਂ ਮੈਂ ਪਹਿਲੀ ਵਾਰ ਪੇਸ਼ਾਵਰ 'ਚ ਜੰਗਲਾਂ 'ਚ ਮੁਜਾਹਿਦੀਨ ਨੇਤਾਵਾਂ ਨੂੰ ਮਿਲਿਆ ਸੀ ਤਾਂ ਉਹ ਮੁਲਾਕਾਤ ਰਾਸ਼ਟਰਪਤੀ ਜ਼ਿਆ ਉਲ ਹਕ ਦੇ ਕਹਿਣ 'ਤੇ ਹੀ ਹੋਈ ਸੀ। ਡੰਡੀ ਪੈਰਾ ਉਹਨਾਂ 'ਚੋਂ ਕਈ ਤਾਲਿਬਾਨ ਨੇਤਾ ਬਣ ਗਏ। ਡੰਡੀ ਹੁਣ ਪਾਕਿਸਤਾਨ 'ਚ ਤਰ੍ਹਾਂ ਤਰ੍ਹਾਂ ਦੇ ਤਾਲਿਬਾਨ ਹਨ। ਡੰਡੀ ਕੋਈ ਕੁਵੇਟਾ ਸ਼ੁਰੂ ਹੈ, ਕੋਈ ਪੇਸ਼ਾਵਰ ਸ਼ੁਰੂ ਹੈ ਅਤੇ ਕੋਈ ਮਿਰਾਨ ਸ਼ਾਹ ਸ਼ੁਰੂ ਹੈ। ਡੰਡੀ ਅਫਗਾਨ ਗਨੀ ਨੇ ਵੀ ਸਾਫ਼ ਕਿਹਾ ਹੈ ਕਿ ਅਫਗਾਨਿਸਤਾਨ 'ਚ ਸ਼ਾਂਤੀ ਰਹੇਗੀ ਜਾਂ ਅਰਾਜਕਤਾ ਇਹ ਪਾਕਿਸਤਾਨ ਦੇ ਹੱਥ 'ਚ ਹੈ। ਡੰਡੀ ਇਹ ਗੱਲ ਮੈਂ ਆਪਣੇ ਪ੍ਰਧਾਨ ਮੰਤਰੀਆਂ ਨੂੰ ਪਿਛਲੇ 40 ਸਾਲ ਤੋਂ ਕਹਿੰਦਾ ਆ ਰਿਹਾ ਹਾਂ। ਡੰਡੀ ਜੇਕਰ ਭਾਰਤ ਪਾਕਿਸਤਾਨ ਨੂੰ ਅੱਗੇ ਕਰੇ ਅਤੇ ਖੁਦ ਪਿੱਛੇ ਚੱਲੇ ਤਾਂ ਅਫਗਾਨਿਸਤਾਨ ਨੂੰ ਦੋਵੇਂ ਰਾਸ਼ਟਰ ਮਿਲ ਕੇ ਦੱਖਣੀ ਏਸ਼ੀਆ ਦਾ ਸਵਿਟਜ਼ਰਲੈਂਡ ਬਣਾ ਸਕਦੇ ਹਨ। ਡੰਡੀ ਦੋਵਾਂ ਦੇਸ਼ਾਂ ਦੀ ਖੂਫੀਆ ਵਿਭਾਗ ਦੁਬਈ ਆਦਿ ਸ਼ਹਿਰਾਂ 'ਚ ਖੂਫੀਆ ਢੰਗ ਨਾਲ ਮਿਲ ਰਹੇ ਹਨ। ਡੰਡੀ ਭਾਰਤ ਕਸ਼ਮੀਰ 'ਤੇ ਗੱਲ ਕਰਨ ਤੋਂ ਮਨ੍ਹਾ ਨਹੀਂ ਕਰੇਗਾ ਅਤੇ ਪਾਕਿਸਤਾਨ ਭਾਰਤ ਨੂੰ ਅਫਗਾਨਿਸਤਾਨ ਅਤੇ ਮੱਧ ਏਸ਼ੀਆ ਦੇ ਰਾਸ਼ਟਰਾਂ ਤੱਕ ਪਹੁੰਚਾਉਣ ਲਈ
ਜ਼ਮੀਨੀ ਰਸਤਾ ਮੁਹੱਈਆ ਕਰਵਾਵੇਗਾ ਡੰਡੀ। ਜੇਕਰ ਅਜਿਹਾ ਹੋ ਜਾਵੇ ਤਾਂ ਅਗਲੇ 10 ਸਾਲਾਂ 'ਚ ਦੱਖਣੀ ਏਸ਼ੀਆ ਯੂਰਪ ਨਾਲੋਂ ਵੀ ਵੱਧ ਸੰਪੰਨ ਹੋ ਸਕਦਾ ਹੈ ਡੰਡੀ। ਮੈਨੂੰ ਅਜਿਹਾ ਜਾਪਦਾ ਹੈ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਰਲ ਕੇ ਸੰਕਟ ਨੂੰ ਹੱਲ ਕਰ ਲੈਣ ਤਾਂ ਕਸ਼ਮੀਰ ਦਾ ਮਾਮਲਾ ਤਾਂ ਆਪਣੇ ਆਪ ਹੀ ਹੱਲ ਹੋ ਜਾਵੇਗਾ ਡੰਡੀ। ਹਾਲ ਹੀ 'ਚ ਦਿੱਲੀ ਦਾ ਇੱਕ ਨਾਮੀ ਵਪਾਰੀ ਕਾਫੀ ਸੁਰਖੀਆਂ 'ਚ ਰਿਹਾ ਡੰਡੀ। ਇਸ ਵਪਾਰੀ ਨਵਨੀਤ ਕਾਲੜਾ ਦੇ ਦਿੱਲੀ 'ਚ ਕਈ ਕਾਰੋਬਾਰ ਹਨ ਡੰਡੀ। ਇਸ ਦੇ ਕਾਰੋਬਾਰਾਂ 'ਚ ਦਿੱਲੀ ਦੀ ਖਾਨ ਮਾਰਕੀਟ 'ਚ ਕਬਾਬ ਦਾ ਇੱਕ ਮਸ਼ਹੂਰ ਰੈਸਟੋਰੈਂਟ, ਐਨਕਾਂ ਦੀ ਇੱਕ ਦੁਕਾਨ ਅਤੇ ਕੌਮਾਂਤਰੀ ਪਕਵਾਨ ਦੇ ਕਈ ਹੋਰ ਰੈਸਟੋਰੈਂਟ ਸ਼ਾਮਲ ਹਨ ਡੰਡੀ। ਇਹਨਾਂ ਸਭ ਦੇ ਇਲਾਵਾ ਕਾਲੜਾ ਦੀ ਇੱਕ ਕੌਮਾਂਤਰੀ ਮੋਬਾਈਲ ਸਿਮ ਸੇਵਾ ਵੀ ਸ਼ਾਮਲ ਹੈ। ਪਰ ਕਾਲੜਾ ਇਹਨਾਂ ਸਾਰੇ ਵਪਾਰਾਂ ਕਾਰਨ ਸੁਰਖੀਆਂ 'ਚ ਨਹੀਂ ਸੀ ਡੰਡੀ। ਉਹ ਤਾਂ ਕੋਵਿਡ ਆਫਤ 'ਚ ਮੌਕੇ ਲੱਭਣ ਦੇ ਚੱਕਰ 'ਚ ਵਿਵਾਦਾਂ 'ਚ ਆਇਆ ਡੰਡੀ। ਕੋਵਿਡ ਦੀ ਦੂਸਰੀ ਲਹਿਰ ਕਾਰਨ ਮਰੀਜ਼ਾਂ 'ਚ ਆਕਸੀਜਨ ਦੀ ਕਮੀ ਦੀ ਪੂਰਤੀ ਲਈ ਆਕਸੀਜਨ ਕੰਟੇਨਰ ਦੀ ਮੰਗ ਅਚਾਨਕ ਬਹੁਤ ਵੱਧ ਗਈ ਸੀ ਡੰਡੀ। ਇਸ ਯੰਤਰ ਨੂੰ ਵਿਦੇਸ਼ਾਂ ਤੋਂ ਮੰਗਵਾ ਕੇ ਦਿੱਲੀ ਅਤੇ ਆਲੇ ਦੁਆਲੇ ਦੇ ਮਰੀਜ਼ਾਂ ਨੂੰ ਮੂੰਹ ਮੰਗੇ ਭਾਅ ਨਾਲ ਵੇਚਣ ਕਾਰਨ ਨਵਨੀਤ ਕਾਲੜਾ ਸੁਰਖੀਆਂ 'ਚ ਆਇਆ ਡੰਡੀ। ਕਿਉਂਕਿ ਇਹ ਮਾਮਲਾ ਅਜੇ ਅਦਾਲਤ ਦੇ ਵਿਚਾਰ ਅਧੀਨ ਹੈ, ਇਸ ਲਈ ਇਸ 'ਤੇ ਅਜੇ ਕੁਝ ਨਾ ਕਹੀਏ ਤਾਂ ਚੰਗਾ ਹੋਵੇਗਾ ਡੰਡੀ। ਹਾਂ, ਜੇਕਰ ਅਦਾਲਤ ਮੰਨਦੀ ਹੈ ਕਿ ਉਸਨੇ ਕੋਈ ਦੋਸ਼ ਕੀਤਾ ਹੈ ਤਾਂ ਨਵਨੀਤ ਕਾਲੜਾ ਨੂੰ ਸਜ਼ਾ ਹੋਵੇਗੀ ਡੰਡੀ। ਇਸੇ ਦੌਰਾਨ ਪਿਛਲੇ ਹਫ਼ਤੇ 2 ਅਜਿਹੇ ਹਾਦਸੇ ਹੋਏ ਜਿਨ੍ਹਾਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਡੰਡੀ। ਪਹਿਲਾ ਹਾਦਸਾ ਨਾਗਪੁਰ ਤੋਂ ਮੁੰਬਈ ਆ ਰਹੀ ਇੱਕ ਏਅਰ ਐਂਬੂਲੈਂਸ ਦਾ ਸੀ, ਜਿਸ 'ਚ ਨਾਗਪੁਰ ਤੋਂ ਉਡਾਨ ਭਰਨ ਸਮੇਂ ਜਹਾਜ਼ ਦਾ ਇੱਕ ਪਹੀਆ ਹਵਾਈ ਪੱਟੀ ਦੇ ਕੋਲ ਡਿੱਗ ਗਿਆ ਸੀ ਡੰਡੀ। ਚੰਗਾ ਇਹ ਹੋਇਆ ਕਿ ਹਵਾਈ ਅੱਡਿਆਂ ਦੀ ਸੁਰੱਖਿਆ 'ਚ ਤੈਨਾਤ CISF ਦੇ ਇੱਕ ਬਹਾਦਰ ਸਿਪਾਹੀ ਨੇ ਇਸ ਦੀ ਸੂਚਨਾ ਨਾਗਪੁਰ ATC ਨੂੰ ਦਿੱਤੀ, ਜਿਨ੍ਹਾਂ ਨੇ ਜਹਾਜ਼ ਚਾਲਕ ਨਾਲ ਸੰਪਰਕ ਕੀਤਾ ਡੰਡੀ। ਇਹ ਏਅਰ ਐਂਬੂਲੈਂਸ ਇੱਕ ਨਿੱਜੀ ਕੰਪਨੀ ਵੱਲੋਂ ਸੰਚਾਲਿਤ ਕੀਤੀ ਜਾ ਰਹੀ ਸੀ ਡੰਡੀ। ਹੈਰਾਨੀ ਵਾਲੀ ਗੱਲ ਹੈ ਕਿ ਇਸ ਏਅਰ ਐਂਬੂਲੈਂਸ ਦੇ ਕਪਤਾਨ ਨੂੰ ਜਹਾਜ਼ ਵੱਲੋਂ ਅਜਿਹਾ ਕੋਈ ਵੀ ਸੰਕੇਤ ਨਹੀਂ ਮਿਲਿਆ ਕਿ ਉਸਦਾ ਪਹੀਆ ਨਾਗਪੁਰ 'ਚ ਹੀ ਡਿੱਗ ਚੁੱਕਾ ਹੈ ਡੰਡੀ। ਉਸ ਸਿਪਾਹੀ ਦੀ ਸਾਵਧਾਨੀ ਦੇ ਕਾਰਨ ਹੀ ਜਹਾਜ਼ ਦੀ ਮੁੰਬਈ 'ਚ ਐਮਰਜੈਂਸੀ ਲੈਂਡਿੰਗ ਕੀਤੀ ਗਈ ਬਿਨਾਂ ਕਿਸੇ ਜਾਨ ਮਾਲ ਦੇ ਨੁਕਸਾਨ ਦੇ ਡੰਡੀ। ਉਸ ਜਹਾਜ਼ 'ਚ ਸਵਾਰ ਮਰੀਜ਼ ਨੂੰ ਵੀ ਸਮੇਂ 'ਤੇ ਕੋਵਿਡ ਦੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਡੰਡੀ। ਜੇਕਰ ਏਅਰ ਐਂਬੂਲੈਂਸ ਦੀ ਗੱਲ ਕਰੀਏ
ਤਾਂ ਨਵਨੀਤ ਕਾਲੜਾ ਵਾਂਗ ਇਹਨਾਂ ਨੂੰ ਚਲਾਉਣ ਵਾਲੀਆਂ ਨਿੱਜੀ ਕੰਪਨੀਆਂ ਵੀ ਅੱਜ ਕੱਲ੍ਹ ਆਫਤ ਦੇ ਦੌਰ 'ਚ ਖੂਬ ਮੌਕੇ ਲੱਭ ਰਹੀਆਂ ਹਨ। ਪਰ ਇਸ ਹਾਦਸੇ ਤੋਂ ਇਹ ਸਾਬਤ ਹੁੰਦਾ ਹੈ ਕਿ ਅੰਨਾ ਪੈਸਾ ਕਮਾਉਣ ਦੇ ਚੱਕਰ 'ਚ ਉਹ ਜਹਾਜ਼ ਦੇ ਰੱਖ ਰਖਾਅ 'ਤੇ ਵੀ ਧਿਆਨ ਨਹੀਂ ਦੇ ਰਹੀਆਂ ਡੰਡੀ। ਇਸ ਲਈ ਅਜਿਹੇ ਹਾਦਸੇ ਹੁੰਦੇ ਹਨ ਡੰਡੀ। ਇੰਨਾ ਹੀ ਨਹੀਂ, ਏਅਰ ਐਂਬੂਲੈਂਸ ਚਲਾਉਣ ਵਾਲੀਆਂ ਇਹਨਾਂ ਨਿੱਜੀ ਕੰਪਨੀਆਂ ਦੀ ਕਈ ਵੱਡੇ ਹਸਪਤਾਲਾਂ ਨਾਲ ਗੰਢ ਧੁੱਪ ਹੁੰਦੀ ਹੈ, ਜਿਸ ਕਾਰਨ ਉਹ ਸਵਾਰੀਆਂ ਕੋਲੋਂ ਮੂੰਹ ਮੰਗੇ ਭਾਅ ਵਸੂਲਦੀਆਂ ਹਨ ਡੰਡੀ। ਮਿਸਾਲ ਦੇ ਤੌਰ 'ਤੇ ਜੇਕਰ ਕਿਸੇ ਮਰੀਜ਼ ਨੂੰ ਪਟਨਾ ਤੋਂ ਕਿਸੇ ਵੱਡੇ ਹਸਪਤਾਲ ਲਿਜਾਇਆ ਜਾਣਾ ਹੈ ਤਾਂ ਬਜਾਏ ਕੋਲਕਾਤਾ ਜਾਂ ਕਿਸੇ ਨੇੜਲੇ ਸ਼ਹਿਰ 'ਚ ਲਿਜਾਣ ਦੇ ਇਹ ਕੰਪਨੀਆਂ ਉਸ ਮਰੀਜ਼ ਨੂੰ ਹੈਦਰਾਬਾਦ ਵਰਗੇ ਦੂਰ ਦੁਰਾਡੇ ਦੇ ਸ਼ਹਿਰ ਲੈ ਜਾਂਦੀਆਂ ਹਨ ਅਤੇ ਉਸ ਦੇ ਬਦਲੇ 'ਚ ਮਰੀਜ਼ ਦੇ ਘਰ ਵਾਲਿਆਂ ਤੋਂ 25-30 ਲੱਖ ਰੁਪਏ ਠੱਗਦੀਆਂ ਹਨ। ਜਦਕਿ ਆਮ ਤੌਰ 'ਤੇ ਅਜਿਹੇ ਚਾਰਟਰਡ ਸਫ਼ਰ ਦਾ ਖਰਚ 2 ਤੋਂ 3 ਲੱਖ ਰੁਪਏ ਆਉਂਦਾ ਹੈ ਡੰਡੀ। ਅਜਿਹੇ ਸਮੇਂ 'ਚ ਮਰੀਜ਼ਾਂ ਤੋਂ ਮੂੰਹ ਮੰਗੇ ਭਾਅ ਠੱਗਣੇ ਕਾਲਾ ਬਾਜ਼ਾਰੀ ਤੋਂ ਘੱਟ ਦੋਸ਼ ਨਹੀਂ ਹੈ ਡੰਡੀ। ਆਰਥਿਕ ਮਾਮਲਿਆਂ ਸੰਬੰਧੀ ਕੌਮਾਂਤਰੀ ਪੱਧਰ 'ਤੇ ਅੱਜ ਕੱਲ੍ਹ ਜਿਹੜੀ ਨਵੀਂ ਸੋਚ ਪੈਦਾ ਹੋਈ ਹੈ ਉਸਨੇ ਮਹੱਤਵਪੂਰਨ ਮੋੜ ਲਿਆਂਦਾ ਹੈ, ਜਿਸ ਤੋਂ ਇਉਂ ਜਾਪਦਾ ਹੈ ਕਿ ਹੁਣ ਸੰਸਾਰ ਵਿੱਚ ਬਰਾਬਰਤਾ ਵਾਲੇ ਆਰਥਿਕ ਪ੍ਰਬੰਧ ਦਾ ਸੁਪਨਾ ਸੱਚ ਹੋ ਜਾਵੇਗਾ ਡੰਡੀ। ਸੰਖੇਪ ਵਿੱਚ ਇਸ ਦਾ ਭਾਵ ਹੈ ਕਿ ਗਰੀਬ ਦੇਸ਼ਾਂ ਲਈ ਵਧੇਰੇ ਸਹਾਇਤਾ ਡੰਡੀ। ਭਾਵੇਂ ਇਹ ਕੋਈ ਨਵੀਂ ਗੱਲ ਨਹੀਂ ਤਾਂ ਵੀ ਕੌਮਾਂਤਰੀ ਯੋਜਨਾਬੰਦੀ ਲਈ ਇਹ ਗੱਲ ਅਮੀਰ ਦੇਸ਼ਾਂ ਨੂੰ ਪ੍ਰਵਾਨ ਕਰਨੀ ਹੀ ਪੈਂਦੀ ਹੈ ਡੰਡੀ। ਦੂਜੇ ਸੰਸਾਰ ਯੁੱਧ ਪਿੱਛੋਂ ਯੂਰਪ ਦੇ ਮੁੜ ਉਸਾਰੀ ਲਈ ਅਮਰੀਕਾ ਨੇ ਆਪਣਾ ਬਹੁਤ ਸਾਰਾ ਧਨ ਲਗਾਇਆ ਡੰਡੀ। ਇਸ ਵਿੱਚੋਂ ਪੈਦਾ ਹੋਈਆਂ ਲੋੜਾਂ ਨੇ ਅਮਰੀਕਾ ਦੀ ਆਰਥਿਕਤਾ ਨੂੰ ਬਹੁਤ ਲਾਭ ਪਹੁੰਚਾਇਆ ਡੰਡੀ। ਅਮਰੀਕਾ ਦੀ ਸਰਪ੍ਰਸਤੀ ਹੇਠ ਯੂਰਪੀ ਦੇਸ਼ਾਂ ਅਤੇ ਜਾਪਾਨ ਦੀ ਆਰਥਿਕ ਹਾਲਤ ਵਿੱਚ ਬਹੁਤ ਪ੍ਰਗਤੀ ਹੋਈ ਡੰਡੀ। ਇੱਥੋਂ ਤੱਕ ਕਿ ਇਹ ਦੇਸ਼ ਸੰਸਾਰ ਮੰਡੀ ਵਿੱਚ ਅਮਰੀਕਾ ਦਾ ਮੁਕਾਬਲਾ ਕਰਨ ਲੱਗੇ ਡੰਡੀ। 1973-74 ਵਿੱਚ ਤੇਲ ਦੀਆਂ ਕੀਮਤਾਂ ਚੜ੍ਹਨ ਨਾਲ ਹਾਲਤ ਹੋਰ ਵੀ ਗੰਭੀਰ ਹੋ ਗਈ ਡੰਡੀ। ਸਨਅਤੀ ਪੈਦਾਵਾਰ ਘਟ ਗਈ, ਮਹਿੰਗਾਈ ਵੱਧ ਗਈ। ਸਿੱਟੇ ਵਜੋਂ ਆਰਥਿਕਤਾ ਵਿੱਚ ਖੜੋਤ ਆਉਣ ਨਾਲ ਬੇਰੁਜ਼ਗਾਰੀ ਸਾਰੀਆਂ ਹੱਦਾਂ ਟੱਪ ਗਈ ਡੰਡੀ। ਹਾਲਤ ਇਹ ਹੋ ਗਈ ਹੈ ਕਿ ਸਨਅਤੀ ਦੇਸ਼ ਇੱਕ ਦੂਜੇ ਦੀ ਪੈਦਾਵਾਰ ਨੂੰ ਆਪਸ ਵਿੱਚ ਖਪਾ ਨਹੀਂ ਸਕੇ, ਜਿਸ ਦੇ ਸਿੱਟੇ ਵਜੋਂ ਉਹਨਾਂ ਦੇ ਸਾਂਝੇ ਆਰਥਿਕ ਹਿੱਤਾਂ ਨੂੰ ਸੱਟ ਵੱਜੀ ਹੈ ਅਤੇ ਰਾਸ਼ੀ ਤਣਾਅ ਵੀ ਪੈਦਾ ਹੋਇਆ ਹੈ ਡੰਡੀ। ਇਸ ਉਲਝਣ ਦਾ ਹੱਲ ਇਹ ਹੋ ਸਕਦਾ ਹੈ ਕਿ ਸਨਅਤੀ ਦੇਸ਼ ਆਪਣੀ ਪੈਦਾਵਾਰ ਲਈ ਮੰਡੀਆਂ ਦੀ ਕਿਤੇ ਹੋਰ ਭਾਲ ਕਰਨ ਡੰਡੀ। ਪਰ ਇਹ ਮੰਡੀਆਂ ਹੁਣ ਸੌਖੀ ਤਰ੍ਹਾਂ ਪ੍ਰਾਪਤ ਨਹੀਂ ਹੋ ਸਕਦੀਆਂ ਡੰਡੀ। ਇਸ ਤੱਥ ਨੂੰ ਵੀ ਸਵੀਕਾਰ ਕਰਨਾ ਪਵੇਗਾ ਕਿ ਅਮੀਰ ਦੇਸ਼ ਮੰਦਹਾਲੀ ਦੇ ਸਮੁੰਦਰ ਵਿੱਚ ਖੁਸ਼ਹਾਲੀ ਦੇ ਟਾਪੂ ਬਣ ਕੇ ਜਿਉਂਦੇ ਨਹੀਂ
ਰਹਿ ਸਕਦੇ। ਡੰਡੀ। ਪਿਛਲੇ 25 ਸਾਲਾਂ ਦੇ ਆਰਥਿਕ ਵਿਕਾਸ ਨੇ ਅਮੀਰ ਤੇ ਗਰੀਬ ਦੇ ਪਾੜੇ ਨੂੰ ਹੋਰ ਵਧਾਇਆ ਹੈ। ਡੰਡੀ। ਸੰਸਾਰ ਦੀ 40% ਆਬਾਦੀ ਅਜੇ ਵੀ ਘੋਰ ਗਰੀਬੀ ਵਿੱਚ ਦਿਨ ਕੱਟੀ ਕਰ ਰਹੀ ਹੈ। ਡੰਡੀ। ਸਵਾਲ ਕੇਵਲ ਸਦਾਚਾਰ ਦਾ ਹੀ ਨਹੀਂ ਸਗੋਂ ਸਨਅਤੀ ਦੇਸ਼ਾਂ ਦੀ ਅਮੀਰੀ ਨੂੰ ਕਰੋੜਾਂ ਗਰੀਬ ਮਨੁੱਖਾਂ ਦੀ ਭਲਾਈ ਨਾਲ ਜੋੜਨਾ ਹੀ ਪੈਣਾ ਹੈ। ਡੰਡੀ। ਵਿਕਾਸਸ਼ੀਲ ਦੇਸ਼ਾਂ ਦੀਆਂ ਵੱਡੀਆਂ ਸਮੱਸਿਆਵਾਂ ਦਾ ਹੱਲ ਇਸੇ ਵਿੱਚ ਹੈ। ਡੰਡੀ। ਇਸ ਅਸਲੀਅਤ ਨੂੰ ਪੱਛਮ ਦੇ ਆਰਥਿਕ ਮਾਹਿਰਾਂ ਨੇ ਭਲੀ ਭਾਂਤ ਮੰਨ ਲਿਆ ਜਾਪਦਾ ਹੈ। ਡੰਡੀ। ਸੰਸਾਰ ਬੈਂਕ ਦੀ ਇੱਕ ਰਿਪੋਰਟ ਅਨੁਸਾਰ 1976 ਵਿੱਚ ਸੰਸਾਰ ਦਾ ਵਪਾਰ 11% ਤੋਂ ਘਟ ਕੇ 4% ਰਹਿ ਗਿਆ ਹੈ। ਡੰਡੀ। ਇਸ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇ ਗਰੀਬ ਦੇਸ਼ਾਂ ਨੂੰ ਤੁਰੰਤ ਆਰਥਿਕ ਸਹਾਇਤਾ ਨਾ ਦਿੱਤੀ ਗਈ ਤਾਂ ਸਨਅਤੀ ਮਾਲ ਦੀ ਖਪਤ ਆਉਂਦੇ ਵਰ੍ਹਿਆਂ ਵਿੱਚ ਹੋਰ ਵੀ ਘਟ ਜਾਵੇਗੀ। ਡੰਡੀ। ਸਟਾਰਟ। ਇੰਨਾ ਹੀ ਨਹੀਂ, ਇਹਨਾਂ ਜਹਾਜ਼ਾਂ 'ਚ ਮਰੀਜ਼ਾਂ ਨੂੰ ਲਿਜਾਣ ਲਈ ਤੈਅ ਮਾਪਦੰਡਾਂ ਦੀਆਂ ਵੀ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਡੰਡੀ। ਇਹ ਲਾਪਰਵਾਹੀ ਜਾਨ ਬਚਾਉਣ ਦੀ ਬਜਾਏ ਜਾਨਲੇਵਾ ਵੀ ਹੋ ਸਕਦੀ ਹੈ। ਡੰਡੀ। ਸ਼ਹਿਰੀ ਹਵਾਬਾਜ਼ੀ ਮੰਤਰਾਲੇ DGCA ਨੂੰ ਇਸ ਦਿਸ਼ਾ 'ਚ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਨਿੱਜੀ ਕੰਪਨੀਆਂ ਵੱਲੋਂ ਚਲਾਈਆਂ ਜਾ ਰਹੀ ਏਅਰ ਐਂਬੂਲੈਂਸ ਦੀ ਨਿਗਰਾਨੀ ਸਖਤੀ ਨਾਲ ਹੋਣੀ ਚਾਹੀਦੀ ਹੈ। ਪਰ ਹੈਰਾਨੀ ਹੈ ਕਿ ਅਜਿਹਾ ਨਹੀਂ ਹੋ ਰਿਹਾ। ਡੰਡੀ। ਭਰਾ। ਇਸੇ ਲੜੀ 'ਚ ਦੂਸਰਾ ਹਾਦਸਾ ਮੱਧ ਪ੍ਰਦੇਸ਼ 'ਚ ਹੋਇਆ ਜਿਸ 'ਚ ਕਰੋੜਾਂ ਰੁਪਏ ਦਾ ਸਰਕਾਰੀ ਜਹਾਜ਼ ਬਰਬਾਦ ਹੋ ਗਿਆ। ਡੰਡੀ। ਮੱਧ ਪ੍ਰਦੇਸ਼ ਸਰਕਾਰ ਦੇ ਜਹਾਜ਼ 'ਚ ਲਿਜਾਏ ਜਾ ਰਹੇ ਕੋਵਿਡ ਦੇ ਜੀਵਨ ਰੱਖਿਅਕ ਟੀਕੇ ਰੈਮਡੈਸਿਵਿਰ ਦੀ ਇੱਕ ਵੱਡੀ ਖੇਪ ਇਸ ਜਹਾਜ਼ 'ਚ ਸੀ। ਡੰਡੀ। ਕਰੋੜਾਂ ਰੁਪਇਆਂ ਦੀ ਲਾਗਤ ਨਾਲ ਖਰੀਦਿਆ ਗਿਆ ਇਹ ਸੂਬਾ ਸਰਕਾਰ ਦਾ ਸਵਾਰੀ ਜਹਾਜ਼ ਜੋ ਕਿ ਸੂਬਾ ਸਰਕਾਰ ਦੇ ਅਤੇ ਪ੍ਰਮੁੱਖ ਵਿਅਕਤੀਆਂ ਦੀ ਵਰਤੋਂ ਲਈ ਹੁੰਦਾ ਹੈ, ਇਸ ਹਾਦਸੇ ਦੇ ਬਾਅਦ ਬੁਰੀ ਤਰ੍ਹਾਂ ਨਾਲ ਨੁਕਸਾਨ ਹੋਣ ਕਾਰਨ ਹੁਣ ਕਿਸੇ ਕੰਮ ਦਾ ਨਹੀਂ ਰਿਹਾ। ਡੰਡੀ। ਚੰਗਾ ਇਹ ਹੋਇਆ ਕਿ ਇਸ 'ਚ ਲਿਆਂਦੇ ਜਾ ਰਹੇ ਜੀਵਕ ਰੱਖਿਅਕ ਰੈਮਡੈਸਿਵਿਰ ਇੰਜੈਕਸ਼ਨ ਅਤੇ ਪਾਇਲਟ ਸੁਰੱਖਿਅਤ ਹਨ। ਡੰਡੀ। ਸੂਤਰਾਂ ਦੀ ਮੰਨੀਏ ਤਾਂ ਪਹਿਲੀ ਜਾਂਚ ਤੋਂ ਇਹ ਪਤਾ ਲੱਗਾ ਹੈ ਕਿ ਇਸ ਹਾਦਸੇ ਲਈ ਇਸ ਦਾ ਪਾਇਲਟ ਕੈਪਟਨ ਮਾਜਿਦ ਅਖਤਿਆਰ ਹੀ ਜ਼ਿੰਮੇਵਾਰ ਹੈ। ਡੰਡੀ। ਭਰਾ। ਦਰਅਸਲ ਅਜਿਹੀ ਸਵਾਰੀ ਵਾਲੇ ਛੋਟੇ ਜਹਾਜ਼ਾਂ 'ਚ ਕਾਰਗੋ ਅਤੇ ਸਮਾਨ ਦਾ ਢੋਆ ਢੁਆਈ ਕਰਨ ਲਈ ਜੇਕਰ ਜਹਾਜ਼ ਦੀਆਂ ਸੀਟਾਂ ਨੂੰ ਕੱਢਿਆ ਜਾਂਦਾ ਹੈ ਤਾਂ ਜਹਾਜ਼ ਨਿਰਮਾਤਾ ਅਤੇ DGCA ਤੋਂ ਖਾਸ ਇਜਾਜ਼ਤ ਲੈਣੀ ਜ਼ਰੂਰੀ ਹੁੰਦੀ ਹੈ। ਡੰਡੀ। ਆਫਤ ਦੀ ਸਥਿਤੀ ਦੱਸ ਕਿ ਜਹਾਜ਼ 'ਚ ਅਜਿਹਾ ਨਹੀਂ ਕੀਤਾ ਗਿਆ ਸੀ। ਡੰਡੀ। ਇਹ ਸਭ ਵੀ ਕੈਪਟਨ ਮਾਜਿਦ ਅਖਤਿਆਰ ਦੇ ਰਸੂਖ ਕਾਰਨ ਉਸ ਦੀ ਹੀ ਦੇਖ ਰੇਖ 'ਚ ਹੋਇਆ। ਡੰਡੀ। ਵਰਣਨਯੋਗ ਹੈ ਕਿ ਕੈਪਟਨ ਮਾਜਿਦ ਅਖਤਿਆਰ ਮੱਧ ਪ੍ਰਦੇਸ਼ ਸ਼ਾਸਨ ਦੇ ਪਾਇਲਟ ਹੋਣ ਦੇ ਨਾਲ ਨਾਲ DGCA ਦੁਆਰਾ ਵੀ
ਵੀ 200 ਜਹਾਜ਼ ਦੇ ਪ੍ਰੀਖਕ ਦੇ ਅਹੁਦੇ 'ਤੇ ਵੀ ਨਿਯੁਕਤ ਸਨ। ਡੰਡੀ ਇਸ ਕਾਰਵਾਈ ਨੂੰ ਅੰਜਾਮ ਦਿੰਦੇ ਹੋਏ ਇਸ ਨੇ ਕਈ ਪਾਇਲਟਾਂ ਦੇ ਪ੍ਰੀਖਣ ਅਤੇ ਜਾਂਚ 'ਚ ਧਾਂਦਲੀ ਕੀਤੀ ਅਤੇ ਗੈਰ ਜ਼ਿੰਮੇਵਾਰਾਨਾ ਹਰਕਤਾਂ ਨੂੰ ਅੰਜਾਮ ਦਿੱਤਾ, ਜਿਸ ਦੀ ਸ਼ਿਕਾਇਤ ਕਾਲ ਚੱਕਰ ਵੱਲੋਂ ਸਮੇਂ-ਸਮੇਂ 'ਤੇ DGCA ਨੂੰ ਲਿਖ ਕੇ ਕੀਤੀ ਗਈ। ਡੰਡੀ ਜੇਕਰ ਸਮਾਂ ਰਹਿੰਦੇ DGCA ਇਹਨਾਂ ਸ਼ਿਕਾਇਤਾਂ ਦਾ ਨੋਟਿਸ ਲੈਂਦਾ ਅਤੇ ਜਾਂਚ ਕਰਦਾ ਤਾਂ ਇਸ ਤਰ੍ਹਾਂ ਦੀ ਲਾਪਰਵਾਹੀ ਭਰੇ ਆਚਰਣ 'ਤੇ ਲਗਾਮ ਲੱਗਦੀ ਅਤੇ ਜਾਨ ਮਾਲ ਦੇ ਨੁਕਸਾਨ ਤੋਂ ਬਚਿਆ ਜਾ ਸਕਦਾ ਸੀ। ਡੰਡੀ ਉੱਧਰ ਨਿੱਜੀ ਚਾਰਟਰ ਜਹਾਜ਼ਾਂ 'ਚ ਜੇਕਰ ਸਵਾਰੀ ਦੀ ਥਾਂ ਮਰੀਜ਼ ਅਤੇ ਡਾਕਟਰ ਨੂੰ ਲੈ ਜਾਣ ਦਾ ਪ੍ਰਬੰਧ ਕਰਨਾ ਹੈ ਤਾਂ ਤੈਅ ਮਾਪਦੰਡਾਂ ਅਨੁਸਾਰ ਹੀ ਜਹਾਜ਼ 'ਚ ਫੇਰ ਬਦਲ ਕੀਤਾ ਜਾਵੇ, ਨਾ ਕਿ ਨਿੱਜੀ ਕੰਪਨੀ ਦੀ ਇੱਛਾ ਅਨੁਸਾਰ। ਡੰਡੀ ਅਜਿਹਾ ਕਰਨ 'ਚ ਕਾਲਾ ਬਾਜ਼ਾਰੀ ਕਰ ਰਹੇ ਲੋਕਾਂ 'ਤੇ ਲਗਾਮ ਕੱਸੇਗੀ ਅਤੇ ਜਾਨ ਮਾਲ ਦੀ ਵੀ ਰੱਖਿਆ ਹੋਵੇਗੀ। ਡੰਡੀ ਡਾਕਟਰੀ ਵਿਗਿਆਨ ਨੇ ਕਈ ਅਜਿਹੇ ਟੀਕੇ ਈਜਾਦ ਕਰ ਲਏ ਹਨ ਜਿਨ੍ਹਾਂ ਨੂੰ ਬਚਪਨ ਦੇ ਸਾਲਾਂ ਜਾਂ ਮਗਰੋਂ ਲਗਾਉਣ ਨਾਲ ਇਹ ਗੰਭੀਰ ਬਿਮਾਰੀਆਂ ਸਾਰੀ ਉਮਰ ਮਨੁੱਖ ਦੇ ਨੇੜੇ ਨਹੀਂ ਆਉਂਦੀਆਂ। ਡੰਡੀ ਕੁਝ ਸਾਲ ਪਹਿਲਾਂ ਹੈਪੇਟਾਈਟਸ B ਨਾਂ ਦੀ ਲਾਇਲਾਜ ਬਿਮਾਰੀ ਦੀ ਦਵਾਈ ਵੀ ਲੱਭ ਗਈ ਹੈ, ਜਿਸ ਦੇ 3 ਟੀਕੇ ਲਗਾਉਣ ਨਾਲ ਇਨਸਾਨ ਉਮਰ ਭਰ ਲਈ ਇਸ ਨਾਮੁਰਾਦ ਬਿਮਾਰੀ ਦੇ ਖਤਰੇ ਤੋਂ ਮੁਕਤ ਹੋ ਜਾਂਦਾ ਹੈ। ਡੰਡੀ ਇਹਨਾਂ ਸਾਰਾ ਯਤਨਾਂ ਦੇ ਬਾਵਜੂਦ ਕੁਝ ਬਿਮਾਰੀਆਂ ਅਜਿਹੀਆਂ ਹਨ ਜਿਨ੍ਹਾਂ ਦਾ ਕੋਈ ਇਲਾਜ ਅਜੇ ਤੱਕ ਲੱਭਿਆ ਨਹੀਂ ਜਾ ਸਕਿਆ ਅਤੇ ਕੁਝ ਬਿਮਾਰੀਆਂ ਬਦਲੇ ਹੋਏ ਰੂਪ ਵਿੱਚ ਮੁੜ ਪ੍ਰਗਟ ਹੋਣ ਲੱਗ ਪਈਆਂ ਹਨ। ਡੰਡੀ ਲਾਇਲਾਜ ਬਿਮਾਰੀਆਂ ਵਿੱਚੋਂ ਸਭ ਤੋਂ ਖਤਰਨਾਕ ਕੈਂਸਰ ਹੈ, ਜਿਸ ਕਾਰਨ ਹਰ ਸਾਲ ਸੰਸਾਰ ਦੇ ਲੱਖਾਂ ਬੰਦੇ ਮੌਤ ਦੇ ਮੂੰਹ ਪੈਂਦੇ ਹਨ। ਡੰਡੀ ਵਿਕਸਿਤ ਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਕੈਂਸਰ ਦੇ ਕਾਰਨਾਂ ਦੀ ਖੋਜ ਤੇ ਇਲਾਜ ਲਈ ਵੱਡੇ ਪੈਮਾਨੇ ਉੱਤੇ ਕੀਤੀਆਂ ਜਾਣ ਵਾਲੀਆਂ ਕੋਸ਼ਿਸ਼ਾਂ ਉੱਤੇ ਅਰਬਾਂ ਰੁਪਏ ਦੀਆਂ ਧਨ ਰਾਸ਼ੀਆਂ ਖਰਚਣ ਦੇ ਬਾਵਜੂਦ ਇਸ ਦਾ ਕੋਈ ਤਸੱਲੀ ਬਖਸ਼ ਇਲਾਜ ਨਹੀਂ ਲੱਭਿਆ ਜਾ ਸਕਿਆ। ਡੰਡੀ ਪਿਛਲੇ 2-2.5 ਦਹਾਕਿਆਂ ਤੋਂ ਏਡਜ਼ ਨਾਂ ਦੀ ਇੱਕ ਹੋਰ ਜਾਨਲੇਵਾ ਬਿਮਾਰੀ ਸਾਡੇ ਸਾਹਮਣੇ ਆਈ ਹੈ, ਜਿਸ ਦਾ ਸਾਰੀ ਦੁਨੀਆ ਦੇ ਦੇਸ਼ਾਂ ਨੂੰ ਬਹੁਤ ਗੰਭੀਰ ਖਤਰਾ ਹੈ। ਡੰਡੀ ਭਾਵੇਂ ਇਹ ਬਿਮਾਰੀ ਪਹਿਲਾਂ ਅਮਰੀਕਾ ਤੇ ਇੰਗਲੈਂਡ ਆਦਿ ਵਿਕਸਿਤ ਦੇਸ਼ਾਂ ਵਿੱਚ ਵੇਖਣ ਨੂੰ ਆਈ, ਪਰ ਸੰਸਾਰ ਸਿਹਤ ਸੰਗਠਨ ਦੀਆਂ ਸੱਜਰੀਆਂ ਰਿਪੋਰਟਾਂ ਅਨੁਸਾਰ ਏਡਜ਼ ਦੀ ਮਹਾਮਾਰੀ ਫੈਲਣ ਦਾ ਸਭ ਤੋਂ ਵੱਡਾ ਖਤਰਾ ਏਸ਼ੀਆ ਅਤੇ ਅਮਰੀਕਾ ਦੇ ਪਛੜੇ ਦੇਸ਼ਾਂ ਨੂੰ ਹੈ। ਡੰਡੀ ਇਸ ਮਹਾਮਾਰੀ ਦੇ ਖਤਰੇ ਨੂੰ ਭਾਂਪਦਿਆਂ ਸੰਯੁਕਤ ਰਾਸ਼ਟਰ ਨੇ 1 ਦਸੰਬਰ ਦਾ ਦਿਨ ਸੰਸਾਰ ਭਰ ਵਿੱਚ ਲੋਕਾਂ ਨੂੰ ਏਡਜ਼ ਦੇ ਕਾਰਨਾਂ, ਖਤਰਿਆਂ ਤੇ ਰੋਕਥਾਮ ਬਾਰੇ ਜਾਗਰਤ ਕਰਨ ਲਈ ਨਿਸ਼ਚਿਤ ਕੀਤਾ ਹੈ। ਡੰਡੀ ਭਾਰਤ ਸਰਕਾਰ ਵੱਲੋਂ ਇਸ ਬਿਮਾਰੀ ਬਾਰੇ ਆਮ ਲੋਕਾਂ ਵਿੱਚ ਚੇਤਨਾ ਪੈਦਾ ਕਰਨ ਲਈ ਵੱਡੇ ਪੈਮਾਨੇ ਉੱਤੇ ਯਤਨ ਆਰੰਭੇ ਹੋਏ ਹਨ। ਡੰਡੀ ਮੁੱਢਲੇ ਪੜਾਅ ਉੱਤੇ ਇਸ
ਬਿਮਾਰੀ ਦਾ ਇਲਾਜ ਸੰਭਵ ਹੈ, ਪਰ ਇਸ ਤੋਂ ਪਿੱਛੋਂ ਨਹੀਂ ਡੰਡੀ। ਬਹੁਤਾ ਬਚਾਅ ਪਰਹੇਜ਼ ਤੇ ਸਾਵਧਾਨੀਆਂ ਨਾਲ ਹੀ ਹੋ ਸਕਦਾ ਹੈ ਡੰਡੀ। ਇਸ ਬਿਮਾਰੀ ਦਾ ਖਤਰਾ ਵਿਆਹ ਬਾਰੇ ਲਿੰਗ ਸੰਬੰਧਾਂ ਦੁਆਰਾ ਜ਼ਿਆਦਾ ਹੁੰਦਾ ਹੈ ਡੰਡੀ। ਇਸ ਤੋਂ ਬਿਨਾਂ ਇਹ ਏਡਜ਼ ਦੀ ਬਿਮਾਰੀ ਨਾਲ ਪੀੜਤ ਬੰਦੇ ਦਾ ਖੂਨ ਕਿਸੇ ਦੂਜੇ ਨੂੰ ਦੇਣ ਨਾਲ ਵੀ ਫੈਲ ਸਕਦੀ ਹੈ ਡੰਡੀ। ਉਂਝ ਇਹ ਛੂਤ ਦੀ ਬਿਮਾਰੀ ਨਹੀਂ ਡੰਡੀ, ਫਿਰ ਵੀ ਇਸਦੇ ਫੈਲਣ ਦੇ ਉਪਰੋਕਤ 3 ਕਾਰਨ ਕਾਫੀ ਹਨ, ਜਿਨ੍ਹਾਂ ਤੋਂ ਹਰ ਸਮੇਂ ਸੁਚੇਤ ਰਹਿਣ ਦੀ ਲੋੜ ਹੈ ਡੰਡੀ। ਇਸੇ ਤਰ੍ਹਾਂ ਮਲੇਰੀਆ ਵੀ ਬੜੀ ਖਤਰਨਾਕ ਬਿਮਾਰੀ ਹੈ ਡੰਡੀ, ਪਰ ਮੁੱਢਲੇ ਦਿਨਾਂ ਵਿੱਚ ਇਸ ਦਾ ਇਲਾਜ ਸੰਭਵ ਹੈ ਡੰਡੀ। ਏਡਜ਼ ਛੂਤ ਦੀ ਬਿਮਾਰੀ ਨਹੀਂ, ਪਰ ਨਮੂਨੀਏ ਵਾਲੀ ਪਲੇਗ ਤੇ ਦਿਮਾਗੀ ਮਲੇਰੀਆ ਛੂਤ ਦੇ ਰੋਗ ਹਨ ਡੰਡੀ। ਬੱਚਿਆਂ ਵਿੱਚ ਪੋਲੀਓ ਦੀ ਬਿਮਾਰੀ ਬਹੁਤ ਜ਼ਿਆਦਾ ਹੈ ਡੰਡੀ। ਬੇਸ਼ੱਕ ਬਚਪਨ ਵਿੱਚ ਪੋਲੀਓ ਦੀ ਰੋਕਥਾਮ ਲਈ ਬੱਚਿਆਂ ਨੂੰ ਇਸ ਦੀ ਦਵਾਈ ਪਿਲਾਈ ਜਾਂਦੀ ਹੈ, ਪਰ ਦੇਸ਼ ਦੇ ਕਈ ਪਛੜੇ ਹਿੱਸਿਆਂ ਵਿੱਚ ਲੋਕਾਂ ਨੂੰ ਅਜੇ ਵੀ ਇਸ ਬਿਮਾਰੀ ਬਾਰੇ ਲੋੜੀਂਦੀ ਜਾਣਕਾਰੀ ਨਹੀਂ ਡੰਡੀ। ਸਰਕਾਰ ਵੱਖ ਵੱਖ ਪ੍ਰਸਾਰ ਸਾਧਨਾਂ ਦੁਆਰਾ ਬੱਚਿਆਂ ਨੂੰ ਇਹਨਾਂ ਬਿਮਾਰੀਆਂ ਤੋਂ ਮੁਕਤ ਕਰਨ ਲਈ ਵੱਡੇ ਪੈਮਾਨੇ ਉੱਤੇ ਪ੍ਰਚਾਰ ਕਰਨ ਤੋਂ ਇਲਾਵਾ ਪੇਂਡੂ ਸਿਹਤ ਕੇਂਦਰਾਂ ਤੇ ਡਿਸਪੈਂਸਰੀਆਂ ਵਿੱਚ ਲੋੜੀਂਦੇ ਇਲਾਜ ਦਾ ਮੁਫਤ ਪ੍ਰਬੰਧ ਕਰਦੀ ਹੈ ਡੰਡੀ। ਇਸ ਲਈ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਇਹਨਾਂ ਉਪਰਾਲਿਆਂ ਵਿੱਚ ਹਰੇਕ ਨਾਗਰਿਕ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਡੰਡੀ। ਸਿੰਧੂ ਘਾਟੀ ਸਭਿਅਤਾ ਇਸ ਦੁਨੀਆ ਦੀ ਸਭ ਤੋਂ ਪੁਰਾਣੀਆਂ ਸਭਿਅਤਾਵਾਂ ਵਿੱਚੋਂ ਇੱਕ ਸਭ ਤੋਂ ਪ੍ਰਾਚੀਨ ਸਭਿਅਤਾ ਹੈ ਡੰਡੀ। ਇਸ ਸਭਿਅਤਾ 'ਤੇ ਪੂਰੀ ਦੁਨੀਆ ਮਾਣ ਕਰਦੀ ਹੈ ਡੰਡੀ। ਇਹ ਸਭਿਅਤਾ ਸਿੰਧੂ ਨਦੀ ਅਤੇ ਉਸ 'ਚ ਰਲਣ ਵਾਲੀਆਂ ਨਦੀਆਂ ਦੇ ਇਲਾਕੇ ਵਾਲੀ ਸਭਿਅਤਾ ਸੀ ਡੰਡੀ। ਇਸ ਸਭਿਅਤਾ ਵਿੱਚ ਸਭ ਤੋਂ ਵੱਡੇ ਪ੍ਰਭਾਵਸ਼ਾਲੀ ਅਤੇ ਭੂਗੋਲਿਕ ਇਲਾਕੇ ਦਾ ਨਾਂ ਪੰਜਾਬ ਸੀ ਡੰਡੀ। ਸਿੰਧੂ ਘਾਟੀ ਸਭਿਅਤਾ ਦਾ ਨਾਂ ਸਿੰਧੂ ਨਦੀ ਤੋਂ ਪਿਆ ਹੈ ਅਤੇ ਇਸ ਤੋਂ ਹੀ ਵਿਗੜਦਾ ਹਿੰਦੁਸਤਾਨ ਦਾ ਨਾਂ ਯੂਰਪੀਅਨਾਂ ਨੇ ਇੰਡੀਆ ਪਾ ਦਿੱਤਾ ਡੰਡੀ। ਪੰਜਾਬ ਦਾ ਨਾਂ ਆਪਣੇ ਆਪ ਵਿੱਚ ਸਵੈ ਪ੍ਰਭਾਸ਼ਾ ਵਾਲਾ ਹੈ ਡੰਡੀ। ਪੰਜ ਤੋਂ ਮਤਲਬ ਪੰਜ ਅਤੇ ਆਬ ਤੋਂ ਮਤਲਬ ਪਾਣੀ ਡੰਡੀ ਭਰਾ। ਇਹ ਫਾਰਸੀ ਸ਼ਬਦ ਹਨ ਅਤੇ 5 ਦਰਿਆਵਾਂ ਵਾਲੀ ਧਰਤੀ ਪੰਜਾਬ ਨਦੀਆਂ ਜੇਹਲਮ, ਝਨਾਬ, ਰਾਵੀ, ਬਿਆਸ, ਸਤਲੁਜ ਹਨ ਡੰਡੀ। ਇਹ ਪੰਜਾਬ ਉੱਤਰ ਦੇ 'ਚ ਤਿੱਬਤ ਤੋਂ ਸ਼ੁਰੂ ਹੋ ਕੇ ਹਿੰਦੂ ਕੁਸ਼ ਦੀਆਂ ਪਹਾੜੀਆਂ ਤੋਂ ਫਿਰਦਾ ਸਿੰਧ ਨਾਲ ਲੱਗਦਾ ਆਖਰਕਾਰ ਰਾਜਸਥਾਨ ਨਾਲ ਘੁੰਮਦਾ ਹੋਇਆ ਇਲਾਕਾ ਸੀ ਡੰਡੀ। ਇਹ ਇੱਕ ਬਹੁਤ ਹੀ ਵਿਸ਼ਾਲ ਸ਼ਕਤੀਸ਼ਾਲੀ ਪੰਜਾਬ ਪੂਰੇ ਵਿਸ਼ਵ ਭਰ 'ਚ ਉੱਨਤੀ ਪ੍ਰਗਤੀ ਦੀ ਇੱਕ ਜਿਉਂਦੀ ਜਾਗਦੀ ਉਦਾਹਰਣ ਸੀ ਡੰਡੀ। ਅੱਜ ਤੋਂ ਸੈਂਕੜੇ ਸਾਲ ਪਹਿਲਾਂ ਸਿੰਧ ਦੇ ਚੜ੍ਹਦੇ ਕੰਢੇ 'ਤੇ ਸਥਾਪਿਤ ਤਕਸੀਲਾ ਸ਼ਹਿਰ ਵਿੱਚ ਵਿਸ਼ਵ ਪ੍ਰਸਿੱਧ ਤਕਸੀਲਾ ਯੂਨੀਵਰਸਿਟੀ ਦੀ ਉਸਾਰੀ ਹੋਈ ਸੀ ਡੰਡੀ। ਇਸ ਯੂਨੀਵਰਸਿਟੀ 'ਚ ਰੋਮੀਅਨ, ਪਰਸ਼ੀਅਨ ਅਤੇ ਹਿੰਦੁਸਤਾਨ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਮੰਨੇ ਪ੍ਰਮੰਨੇ ਵਿਦਵਾਨਾਂ ਦਾ ਡੇਰਾ ਸੀ ਅਤੇ ਬਹੁਤ ਵੱਡੀ ਲਾਇਬ੍ਰੇਰੀ ਦਾ ਹੋਣਾ ਦੱਸਿਆ ਜਾਂਦਾ ਹੈ ਡੰਡੀ। ਇਹੀ ਉਹੀ ਇਲਾਕਾ ਹੈ ਜਿੱਥੇ ਵਿਸ਼ਵ ਦੀ ਸਭ ਤੋਂ ਪੁਰਾਣੀ ਭਾਸ਼ਾ ਸੰਸਕ੍ਰਿਤ ਭਾਸ਼ਾ ਦਾ ਜਨਮ ਹੋਇਆ ਅਤੇ ਇਸ ਭਾਸ਼ਾ 'ਚੋਂ ਪੂਰੇ ਏਸ਼ੀਆ ਅਤੇ
ਅਤੇ ਇੱਥੋਂ ਤੱਕ ਕਿ ਰੂਸ ਤੱਕ ਦੇ ਇਸ ਭਾਸ਼ਾ ਦੇ ਪ੍ਰਭਾਵ ਨਾਲ ਅਨੇਕਾਂ ਨਵੀਆਂ ਭਾਸ਼ਾਵਾਂ ਦਾ ਜਨਮ ਹੋਇਆ। ਡੰਡੀ ਸਭ ਤੋਂ ਪੁਰਾਣੀ ਸਭਿਅਤਾ ਹੜੱਪਾ ਅਤੇ ਮੋਹਨਜੋਦੜੋ ਦਾ ਵੀ ਵਿਸਤਾਰ ਇਸੇ ਪੰਜਾਬ ਵਿੱਚ ਹੋਇਆ। ਡੰਡੀ ਪਰ ਸਿਆਸਤ ਦੀ ਭੇਟ ਚੜ੍ਹਦੇ ਅੰਗਰੇਜ਼ਾਂ ਨੇ ਇਸ ਪੰਜਾਬ ਨੂੰ ਕਮਜ਼ੋਰ ਕਰਨ ਦੀ ਨੀਤੀ ਅਧੀਨ ਇਸ ਦੀ ਵੰਡ ਕੀਤੀ। ਡੰਡੀ ਇਹ ਵਰਣਨਯੋਗ ਹੋਵੇਗਾ ਕਿ ਕਲਕੱਤਾ ਰਾਹੀਂ ਹਿੰਦੁਸਤਾਨ 'ਚ ਆਪਣੇ ਪੈਰ ਪਸਾਰਨ ਤੋਂ ਪਹਿਲਾਂ ਅੰਗਰੇਜ਼ਾਂ ਨੇ ਸਿੰਧ ਨਦੀ ਰਾਹੀਂ ਇਸ ਇਲਾਕੇ 'ਚ ਵੜ ਕੇ ਪੈਰ ਪਸਾਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਨਾਕਾਮਯਾਬ ਰਹੇ ਸਨ। ਡੰਡੀ ਹਿੰਦੁਸਤਾਨ 'ਚ ਰਾਜ ਸਥਾਪਿਤ ਕਰਨ ਉਪਰੰਤ ਵੀ ਪੰਜਾਬ ਅੰਗਰੇਜ਼ਾਂ ਦੇ ਅਧੀਨ ਆਉਣ ਵਾਲਾ ਸਭ ਤੋਂ ਆਖਰੀ ਸੂਬਾ ਸੀ ਅਤੇ ਅੰਗਰੇਜ਼ਾਂ ਦੀ ਗੁਲਾਮੀ ਵੀ ਸਭ ਤੋਂ ਘੱਟ ਸਮੇਂ ਲਈ ਪੰਜਾਬ ਨੇ ਕੀਤੀ ਹੈ। ਡੰਡੀ ਦੋ ਵਿਸ਼ਵ ਜੰਗਾਂ ਵਿੱਚ ਅੰਗਰੇਜ਼ਾਂ ਦੇ ਪਾਲੇ ਦੀ ਜਿੱਤ ਯਕੀਨੀ ਬਣਾਉਣ 'ਚ ਪੰਜਾਬ ਦੇ ਸੂਰਮਿਆਂ ਦਾ ਵੱਡਮੁੱਲਾ ਯੋਗਦਾਨ ਰਿਹਾ ਹੈ। ਡੰਡੀ ਅੰਗਰੇਜ਼ਾਂ ਅਤੇ ਜਰਮਨੀ 'ਚ ਲੜਾਈ ਵਿਚਕਾਰ ਲੜਾਈ ਦਾ ਜਿੱਤ ਦਾ ਫਰਕ ਕੇਵਲ ਅਤੇ ਕੇਵਲ ਪੰਜਾਬੀ ਫੌਜਾਂ ਕਰਕੇ ਰਿਹਾ ਹੈ, ਜਿਨ੍ਹਾਂ ਦੀ ਮਿਸਾਲ ਅੱਜ ਤੱਕ ਪੂਰੇ ਯੂਰਪ ਵਿੱਚ ਲੋਕ ਕਥਾਵਾਂ ਵਾਂਗ ਪ੍ਰਚਲਿਤ ਹੈ ਅਤੇ ਅੱਜ ਤੱਕ ਲੜਾਈ 'ਚ ਸ਼ਹੀਦ ਪੰਜਾਬੀ ਫੌਜੀਆਂ ਨੂੰ ਵੱਖ-ਵੱਖ ਯੂਰਪੀਅਨ ਮੁਲਕ ਆਪਣੇ ਆਪਣੇ ਦੇਸ਼ਾਂ 'ਚ ਯਾਦ ਵਜੋਂ ਹਰ ਸਾਲ ਤਿਉਹਾਰ ਦੇ ਰੂਪ ਵਿੱਚ ਮਨਾਉਂਦੇ ਹਨ। ਡੰਡੀ ਅੱਜ ਪੰਜਾਬ ਸੁੰਗੜਦਾ ਅਤੇ ਹਿੰਦੁਸਤਾਨ ਦੀ ਜਮਹੂਰੀਅਤ ਦਾ 13 ਪਾਰਲੀਮੈਂਟ ਸੀਟਾਂ ਵਾਲਾ ਇੱਕ ਨਿੱਕਾ ਜਿਹਾ ਸੂਬਾ ਹੈ। ਡੰਡੀ ਪੰਜਾਬ ਦੇ ਮਿਹਨਤਕਸ਼ ਲੋਕਾਂ ਦੇ ਸਦਕੇ ਪੰਜਾਬ ਫਿਰ ਵੀ ਹਿੰਦੁਸਤਾਨ ਦੇ ਸਿਰ ਮੋਹਰ ਵਜੋਂ ਜਾਣਿਆ ਜਾਣ ਵਾਲਾ ਸੂਬਾ ਰਿਹਾ ਹੈ। ਡੰਡੀ ਪੰਜਾਬ ਨੇ ਚਾਹੇ ਹਰੀ ਕ੍ਰਾਂਤੀ ਰਾਹੀਂ ਦੇਸ਼ ਦੇ ਅਨਾਜ ਸੰਕਟ ਦੀ ਪੂਰਤੀ ਕੀਤੀ, ਸਨਅਤੀ ਅਦਾਰੇ ਵਿੱਚ ਵਿਸ਼ਵ ਪੱਧਰ 'ਤੇ ਪੰਜਾਬ ਨੇ ਛਾਪ ਛੱਡੀ, ਪੰਜਾਬੀਆਂ ਦੀ ਅਗਾਂਹ-ਵਧੂ ਮਾਨਸਿਕਤਾ ਸਦਕਾ ਪੂਰੇ ਵਿਸ਼ਵ ਭਰ ਵਿੱਚ ਪੰਜਾਬੀਆਂ ਨੇ ਆਪਣੀ ਧਾਕ ਜਮਾਈ ਹੈ ਅਤੇ ਪੰਜਾਬੀਆਂ ਦਾ ਨਾਂ ਵਿਸ਼ਵ ਭਰ ਵਿੱਚ ਸਤਿਕਾਰ ਵਜੋਂ ਜਾਣਿਆ ਜਾਂਦਾ ਹੈ। ਡੰਡੀ ਅਖਬਾਰਾਂ ਲੋਕਾਂ ਦੀ ਆਵਾਜ਼ ਹਨ। ਡੰਡੀ ਇਹ ਸਮਾਜਿਕ ਜੀਵਨ ਦੇ ਹਰ ਪੱਖ ਨਾਲ ਸੰਬੰਧ ਰੱਖਦੀਆਂ ਹਨ। ਡੰਡੀ ਇਹ ਦੇਸ਼ ਦੀ ਉਸਾਰੀ ਕਰਨ ਵਿੱਚ ਬੜਾ ਬਹੁਮੁੱਲਾ ਹਿੱਸਾ ਪਾਉਂਦੀਆਂ ਹਨ। ਡੰਡੀ ਅਖਬਾਰਾਂ ਪ੍ਰਚਾਰ ਕਰਨ, ਲੋਕਾਂ ਦੇ ਖਿਆਲਾਂ ਨੂੰ ਢਾਲਣ ਅਤੇ ਬਣਾਉਣ ਅਤੇ ਹੁਕੂਮਤਾਂ ਨੂੰ ਬਦਲਾਉਣ ਦਾ ਬੜਾ ਬਲਵਾਨ ਸਾਧਨ ਹਨ। ਡੰਡੀ ਇਹ ਸਾਨੂੰ ਹਰ ਰੋਜ਼ ਦੁਨੀਆ ਦੇ ਕੋਨੇ-ਕੋਨੇ ਤੋਂ ਵਾਪਰਨ ਵਾਲੀਆਂ ਮਹੱਤਵਪੂਰਨ ਘਟਨਾਵਾਂ ਦੀ ਜਾਣਕਾਰੀ ਦਿੰਦੀਆਂ ਹਨ। ਡੰਡੀ ਇਹਨਾਂ ਵਿੱਚ ਅਖਬਾਰਾਂ ਤੋਂ ਬਿਨਾਂ ਦੇਸ਼ ਦੇ ਰਾਜਸੀ ਅਤੇ ਆਰਥਿਕ ਮਸਲਿਆਂ ਬਾਰੇ ਸੰਪਾਦਕੀ ਲੇਖ ਹੁੰਦੇ ਹਨ। ਡੰਡੀ ਕਈ ਵਾਰ ਖਬਰਾਂ ਪੜ੍ਹ ਕੇ ਕਿਸੇ ਘਟਨਾ ਦੇ ਸਹੀ ਕਾਰਨਾਂ ਬਾਰੇ ਪਤਾ ਨਹੀਂ ਲੱਗਦਾ, ਪਰ ਵਿਦਵਾਨ ਸੰਪਾਦਕਾਂ ਦੇ ਲੇਖਾਂ ਨਾਲ ਸਹੀ ਤਸਵੀਰ ਉਘੜ ਪੈਂਦੀ ਹੈ। ਡੰਡੀ ਵੱਖ-ਵੱਖ ਲੋਕਾਂ ਦੇ ਰਾਜਸੀ ਅਤੇ ਸਮਾਜਿਕ ਵਿਚਾਰਾਂ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਉਹਨਾਂ ਦੇ ਵਿਚਾਰਾਂ ਉੱਤੇ ਅਸਰ ਪਾਉਣ ਦਾ ਸਭ ਤੋਂ ਬਲਵਾਨ ਸਾਧਨ ਅਖਬਾਰ ਹਨ। ਡੰਡੀ
ਡੰਡੀ। ਇਸ ਨਾਲ ਨਾ ਕੇਵਲ ਪਾਠਕ ਦੀ ਰਾਜਸੀ ਸੂਝ ਵਿੱਚ ਵਾਧਾ ਹੁੰਦਾ ਹੈ, ਸਗੋਂ ਇਹ ਉਸ ਦਾ ਮਨੋਰੰਜਨ ਵੀ ਕਰਦੀਆਂ ਹਨ। ਡੰਡੀ। ਇਹ ਸੂਝ ਲੋਕ ਰਾਜੀ ਦੇਸ਼ ਵਿੱਚ ਵੀ ਜ਼ਰੂਰੀ ਹੈ, ਕਿਉਂਕਿ ਇੱਥੇ ਲੋਕਾਂ ਨੇ ਆਪਣੀ ਸਰਕਾਰ ਦੀ ਚੋਣ ਕਰਨੀ ਹੁੰਦੀ ਹੈ। ਡੰਡੀ। ਜੇ ਉਹਨਾਂ ਨੂੰ ਰਾਜਸੀ ਮਾਮਲਿਆਂ ਬਾਰੇ ਯੋਗ ਜਾਣਕਾਰੀ ਨਹੀਂ ਹੋਵੇਗੀ ਤਾਂ ਉਹ ਸਿਆਣਪ ਨਾਲ ਚੋਣ ਨਹੀਂ ਕਰ ਸਕਣਗੇ। ਡੰਡੀ। ਇਸ ਤਰ੍ਹਾਂ ਅਖਬਾਰਾਂ ਦੇਸ਼ ਦੇ ਰਾਜ ਪ੍ਰਬੰਧ ਨੂੰ ਸਹੀ ਦਿਸ਼ਾ ਵੱਲ ਲੈ ਜਾਣ ਦਾ ਉਚਿਤ ਸਾਧਨ ਹਨ। ਡੰਡੀ। ਅਖਬਾਰਾਂ ਦਾ ਇੱਕ ਲਾਭ ਇਹ ਵੀ ਹੈ ਕਿ ਇਹਨਾਂ ਵਿੱਚ ਵੱਖ-ਵੱਖ ਭਾਂਤ ਦੇ ਇਸ਼ਤਿਹਾਰ ਹੋਣ ਕਾਰਨ ਜਿੱਥੇ ਚੀਜ਼ਾਂ ਦੇ ਉਤਪਾਦਕਾਂ ਨੂੰ ਲਾਭ ਪੁੱਜਦਾ ਹੈ, ਉੱਥੇ ਖਰੀਦਣ ਵਾਲਿਆਂ ਨੂੰ ਕਿਸੇ ਚੀਜ਼ ਦੀ ਚੋਣ ਕਰਨ ਵਿੱਚ ਵੀ ਸਹੂਲਤ ਰਹਿੰਦੀ ਹੈ। ਡੰਡੀ। ਇਹਨਾਂ ਇਸ਼ਤਿਹਾਰਾਂ ਨਾਲ ਅਖਬਾਰਾਂ ਨੂੰ ਵੀ ਕਾਫੀ ਆਮਦਨੀ ਹੁੰਦੀ ਹੈ, ਜਿਸ ਨਾਲ ਉਹ ਆਪਣੇ ਅਖਬਾਰਾਂ ਦੀ ਕੀਮਤ ਘੱਟ ਰੱਖ ਸਕਦੇ ਹਨ। ਡੰਡੀ। ਕਈ ਅਖਬਾਰਾਂ ਲੱਖਾਂ ਵਿੱਚ ਛਪਦੀਆਂ ਹਨ। ਡੰਡੀ। ਅਖਬਾਰਾਂ ਚਲਾਉਣ ਵਾਲੇ ਪ੍ਰਬੰਧਕਾਂ ਨੂੰ ਲੱਖਾਂ ਰੁਪਏ ਦਾ ਇਹਨਾਂ ਤੋਂ ਲਾਭ ਹੁੰਦਾ ਹੈ। ਡੰਡੀ। ਇਸ ਤੋਂ ਬਿਨਾਂ ਅਖਬਾਰਾਂ ਵਿੱਚ ਨੌਕਰੀ ਸੰਬੰਧੀ ਇਸ਼ਤਿਹਾਰ ਵੀ ਹੁੰਦੇ ਹਨ ਜੋ ਬੇਰੁਜ਼ਗਾਰਾਂ ਨੂੰ ਨੌਕਰੀ ਲੱਭਣ ਵਿੱਚ ਸਹਾਇਤਾ ਪ੍ਰਦਾਨ ਕਰਦੇ ਹਨ। ਡੰਡੀ। ਇੱਥੋਂ ਤੱਕ ਕਿ ਵਿਆਹ ਸ਼ਾਦੀ ਦੇ ਲੋੜਵੰਦਾਂ ਲਈ ਵੀ ਅਖਬਾਰਾਂ ਵਿੱਚ ਇਸ਼ਤਿਹਾਰ ਹੁੰਦੇ ਹਨ। ਡੰਡੀ। ਕਿਸਾਨਾਂ ਅਤੇ ਵਪਾਰੀਆਂ ਨੂੰ ਅਖਬਾਰਾਂ ਦਾ ਬਹੁਤ ਵੱਡਾ ਲਾਭ ਇਹ ਹੁੰਦਾ ਹੈ ਕਿ ਇਸ ਵਿੱਚ ਉਹ ਵੱਖ-ਵੱਖ ਮੰਡੀਆਂ ਦੇ ਭਾਅ ਦੇਖ ਕੇ ਆਪਣੀ ਫਸਲ ਦਾ ਚੰਗਾ ਮੁੱਲ ਪ੍ਰਾਪਤ ਕਰਨ ਵਿੱਚ ਮਦਦ ਹਾਸਲ ਕਰ ਸਕਦੇ ਹਨ। ਡੰਡੀ। ਵਪਾਰੀ ਵੀ ਆਪਣੇ ਵਪਾਰ ਦੀ ਉੱਨਤੀ ਲਈ ਸਹਾਇਤਾ ਲੈ ਸਕਦੇ ਹਨ। ਡੰਡੀ। ਇਸ ਨਾਲ ਆਮ ਜਨਤਾ ਨੂੰ ਵੀ ਲਾਭ ਪੁੱਜਦਾ ਹੈ, ਕਿਉਂਕਿ ਚੀਜ਼ਾਂ ਦੇ ਭਾਵਾਂ ਵਿੱਚ ਇਕਸਾਰਤਾ ਆਉਂਦੀ ਹੈ। ਡੰਡੀ। ਇੱਕ ਥਾਂ ਦੀਆਂ ਕੀਮਤਾਂ ਦੂਜੀ ਥਾਂ 'ਤੇ ਬਹੁਤੀਆਂ ਵੱਧ ਨਹੀਂ ਰਹਿ ਸਕਦੀਆਂ। ਡੰਡੀ। ਅਖਬਾਰਾਂ ਵਿੱਚ ਸਾਡੇ ਮਨੋਰੰਜਨ ਲਈ ਚੁਟਕਲੇ, ਕਹਾਣੀਆਂ ਅਤੇ ਕਾਰਟੂਨ ਆਦਿ ਹੁੰਦੇ ਹਨ। ਡੰਡੀ। ਇਸ ਤਰ੍ਹਾਂ ਤਕਰੀਬਨ ਹਰ ਉਮਰ ਦੇ ਵਿਅਕਤੀ ਲਈ ਇਹਨਾਂ ਵਿੱਚ ਦਿਲਚਸਪੀ ਦਾ ਮਸਾਲਾ ਹੁੰਦਾ ਹੈ। ਡੰਡੀ। ਰੋਜ਼ਾਨਾ ਅਖਬਾਰਾਂ ਅਤੇ ਮੈਗਜ਼ੀਨ ਸੈਕਸ਼ਨ ਵਿੱਚ ਬੜੇ ਵਾਕਫੀ ਭਰਪੂਰ ਲੇਖ ਹੁੰਦੇ ਹਨ, ਜਿਨ੍ਹਾਂ ਤੋਂ ਲੋਕਾਂ ਨੂੰ ਬੜਾ ਲਾਭ ਪਹੁੰਚਦਾ ਹੈ। ਡੰਡੀ। ਲੋਕ ਰਾਜੀ ਪ੍ਰਬੰਧ ਵਿੱਚ ਤਾਂ ਇਹ ਸਰਕਾਰ ਨੂੰ ਸਹੀ ਰਾਹ ਪਾਉਣ ਦਾ ਮੁੱਖ ਵਸੀਲਾ ਹੁੰਦੀਆਂ ਹਨ। ਡੰਡੀ। ਸੰਖੇਪ ਵਿੱਚ ਇਹੀ ਕਿਹਾ ਜਾ ਸਕਦਾ ਹੈ ਕਿ ਅਖਬਾਰਾਂ ਦੀ ਅਜੋਕੇ ਜੀਵਨ ਵਿੱਚ ਬਹੁਤ ਜ਼ਰੂਰੀ ਲੋੜ ਹੈ। ਡੰਡੀ। ਸਟਾਰਟ। ਪੰਜਾਬ ਇੱਕ ਤਕੜੇ ਆਰਥਿਕ ਢਾਂਚੇ ਵਾਲਾ ਪੰਜਾਬ ਜਾਣਿਆ ਜਾਂਦਾ ਸੀ ਅਤੇ ਪੰਜਾਬ ਦੀ ਪ੍ਰਤੀ ਵਿਅਕਤੀ ਆਮਦਨ ਹਿੰਦੁਸਤਾਨ ਵਿੱਚ ਸਭ ਤੋਂ ਵੱਧ ਸੀ। ਪਰ ਅੱਜ ਚਲਦੇ ਚਲਦੇ ਪੰਜਾਬ 13ਵੇਂ ਨੰਬਰ 'ਤੇ ਆ ਖੜ੍ਹਾ ਹੈ। ਡੰਡੀ। ਹਰਿਆਣਾ ਇਸ ਮਾਪਦੰਡ ਵਿੱਚ ਪੰਜਾਬ ਤੋਂ ਅੱਗੇ ਹੈ। ਹਿਮਾਚਲ ਪ੍ਰਦੇਸ਼ ਪੰਜਾਬ ਦੇ ਬਰਾਬਰ ਹੈ। ਡੰਡੀ। ਪੰਜਾਬ ਦੀ ਆਰਥਿਕ GDP ਦੀ ਤੁਲਨਾ 'ਚ 45.5% ਘਾਟੇ ਵਾਲੀ ਹੈ। ਡੰਡੀ। ਪੰਜਾਬ ਦਾ ਬਜਟ 24,828 ਕਰੋੜ ਰੁਪਏ ਘਾਟੇ ਵਾਲਾ ਹੈ। ਡੰਡੀ। ਅੱਜ ਪੰਜਾਬ ਦੇ ਹਿੰਦੁਸਤਾਨ ਦੇ ਸੂਬਿਆਂ ਵਿੱਚੋਂ ਤਰੱਕੀ ਦੇ ਵਾਧਾ ਦਰ ਹੇਠੋਂ ਦੂਜੇ ਨੰਬਰ 'ਤੇ ਹੈ ਅਤੇ ਸਿਰਫ ਮਣੀਪੁਰ ਪੰਜਾਬ ਤੋਂ ਪਿੱਛੇ ਹੈ। ਡੰਡੀ। ਪੰਜਾਬ ਅੱਜ ਲਗਭਗ 3 ਲੱਖ ਕਰੋੜ ਰੁਪਏ ਦੇ ਕਰਜ਼ੇ ਤਹਿਤ ਪਹੁੰਚਣ ਵਾਲਾ ਹੈ ਅਤੇ ਅਰਥ ਸ਼ਾਸਤਰੀਆਂ ਅਨੁਸਾਰ ਪੰਜਾਬ ਦਾ ਕਰਜ਼ਾ 2024-25 'ਚ
373,988 ਕਰੋੜ ਰੁਪਏ ਤੱਕ ਪਹੁੰਚ ਜਾਵੇਗਾ, ਜੋ 31 ਮਾਰਚ 2019 ਦੀ ਕਰਜ਼ਾ ਰਾਸ਼ੀ 1,79,130 ਕਰੋੜ ਤੋਂ ਦੁੱਗਣੀ ਹੋਵੇਗੀ। ਡੰਡੀ। ਪੰਜਾਬ ਦੇ ਜ਼ਮੀਨੀ ਪਾਣੀ ਦੇ ਸਰੋਤ ਲਗਾਤਾਰ ਡਿੱਗ ਰਹੇ ਹਨ। ਡੰਡੀ। ਕਈ ਮਾਹਿਰਾਂ ਅਨੁਸਾਰ ਪੰਜਾਬ ਰੇਗਿਸਤਾਨ ਬਣਨ ਵੱਲ ਚੱਲ ਰਿਹਾ ਹੈ। ਡੰਡੀ। ਪੰਜਾਬ GDP ਦੇ ਪੱਧਰ ਨਾਲ 1981 ਵਿੱਚ ਪਹਿਲੇ ਨੰਬਰ 'ਤੇ ਸੀ ਅਤੇ 2000 ਵਿੱਚ ਚੌਥੇ ਨੰਬਰ 'ਤੇ ਪਛੜ ਗਿਆ ਅਤੇ ਇਹ ਪਛੜਨ ਦਾ ਸਿਲਸਿਲਾ ਲਗਾਤਾਰ ਬਰਕਰਾਰ ਹੈ। ਭਾਵ ਪੰਜਾਬ ਦਾ ਭਵਿੱਖ ਬਹੁਤ ਗੰਭੀਰ ਹੈ। ਡੰਡੀ। ਪੰਜਾਬ ਦਾ ਨੌਜਵਾਨ ਵਿਦੇਸ਼ੀ ਮੁਲਕਾਂ ਵੱਲ ਰੁਖ ਕਰ ਚੁੱਕਾ ਹੈ ਅਤੇ ਵੱਡੇ ਪੱਧਰ 'ਤੇ ਪਲਾਇਨ ਹੋ ਰਿਹਾ ਹੈ। ਡੰਡੀ। ਇਹ ਦਸ਼ਾ ਹਰ ਪੰਜਾਬੀ ਲਈ ਚਿੰਤਾ ਦਾ ਵਿਸ਼ਾ ਬਣ ਚੁੱਕੀ ਹੈ। ਡੰਡੀ। ਹਿੰਦੁਸਤਾਨ ਦੀ ਜਮਹੂਰੀਅਤ ਵਿੱਚ ਹਰ ਸੂਬੇ ਦਾ ਭਵਿੱਖ ਅਤੇ ਲਗਾਮ ਜੇਤੂ ਸਿਆਸੀ ਅਨਸਰਾਂ ਦੇ ਹੱਥ ਹੁੰਦੀ ਹੈ। ਡੰਡੀ। ਅੱਜ ਪੰਜਾਬ ਦੀ ਲਗਾਮ ਕੈਪਟਨ ਅਮਰਿੰਦਰ ਸਿੰਘ ਦੀ ਕਮਾਨ ਹੇਠਾਂ ਪਿਛਲੀ ਅਸੈਂਬਲੀ ਵਿੱਚ 77 ਵਿਧਾਇਕਾਂ ਦੀ ਜਿੱਤ ਨਾਲ ਇੱਕ ਬਹੁਤ ਵੱਡੀ ਸਥਿਰ ਬਹੁਮਤ ਨਾਲ ਹਾਸਲ ਹੈ। ਡੰਡੀ। ਅੱਜ ਪੰਜਾਬ ਆਰਥਿਕ ਮੰਦੀ, ਬੇਰੁਜ਼ਗਾਰੀ, ਸਨਅਤ ਦੇ ਖਾਤਮੇ, ਸਿੱਖਿਆ ਦੇ ਡਿੱਗਦੇ ਮਿਆਰ, ਸਿਹਤ ਸੇਵਾਵਾਂ ਦੀ ਕਮੀ, ਜ਼ਮੀਨੀ ਪਾਣੀਆਂ ਦੇ ਪਤਨ, ਨਸ਼ਿਆਂ ਦੀ ਲਾਹਨਤ, ਦੁਸ਼ਮਣ ਮੁਲਕ ਵੱਲੋਂ ਘੁਸਪੈਠ ਆਦਿ ਨਾਲ ਜੂਝ ਰਿਹਾ ਹੈ ਅਤੇ ਇਹ ਸਭ ਕੁਝ ਚੱਲਦੇ ਪਿਛਲੇ 1 ਸਾਲ ਤੋਂ ਕਰੋਨਾ ਮਹਾਂਮਾਰੀ ਦਾ ਪ੍ਰਕੋਪ ਵੀ ਚੱਲ ਰਿਹਾ ਹੈ। ਡੰਡੀ। ਪੈਰਾ। ਇਸ ਸਮੇਂ ਮੌਕੇ ਦੀ ਸਰਕਾਰ ਜਾਂ ਉਸ ਦੇ ਚੁਣੇ ਹੋਏ ਵਿਧਾਇਕਾਂ ਵੱਲੋਂ ਪੰਜਾਬ ਦੀ ਗੰਭੀਰ ਹਾਲਤ ਨਾਲ ਨਜਿੱਠਣ ਲਈ ਕੋਈ ਵਿਉਂਤ ਬਣਦੀ ਨਜ਼ਰ ਨਹੀਂ ਆਉਂਦੀ, ਸਗੋਂ ਰੋਜ਼ਾਨਾ ਅਖਬਾਰਾਂ ਵਿੱਚ ਇਹਨਾਂ ਲੀਡਰਾਂ ਵੱਲੋਂ ਆਪਣੀ ਕੁਰਸੀ ਬਚਾਉਣ ਜਾਂ ਆਪਣੇ ਭਵਿੱਖੀ ਸਿਆਸੀ ਲਾਭ ਹਾਸਲ ਕਰਨ ਲਈ ਮਹਾਂਭਾਰਤ ਚੱਲਦਾ ਨਜ਼ਰ ਆ ਰਿਹਾ ਹੈ। ਡੰਡੀ। ਕਿ ਪੰਜਾਬ ਇਸ ਕਾਬਲ ਨਹੀਂ ਕਿ ਪੰਜਾਬ ਦੇ ਮਸਲਿਆਂ ਨੂੰ ਸੁਲਝਾਉਣ ਲਈ ਪੰਜਾਬ ਦੇ ਸੱਤਾਧਾਰੀ ਲੀਡਰ ਪੁਰਜ਼ੋਰ ਕੋਸ਼ਿਸ਼ ਕਰਕੇ ਵਿਉਂਤ ਬਣਾਉਣ। ਪ੍ਰਸ਼ਨ ਚਿੰਨ੍ਹ ਕਿ ਪੰਜਾਬ ਦੀ ਸੱਤਾਧਾਰੀ ਪਾਰਟੀ ਤੋਂ ਪੰਜਾਬ ਦੇ ਲੋਕ ਆਸ ਨਾ ਰੱਖਣ ਕਿ ਪੰਜਾਬ ਦੇ ਗੰਭੀਰ ਮਸਲਿਆਂ ਦੇ ਹੱਲ ਕੱਢੇ ਜਾਣ। ਪ੍ਰਸ਼ਨ ਚਿੰਨ੍ਹ ਅੱਜ ਪੰਜਾਬ ਦੇ ਲੋਕ ਬੇਵੱਸ ਹਾਲਤ ਵਿੱਚ ਆਪਣੇ ਆਪ ਨੂੰ ਕਿਉਂ ਮਹਿਸੂਸ ਕਰ ਰਹੇ ਹਨ। ਡੰਡੀ। ਅੱਜ ਅੰਮ੍ਰਿਤਾ ਪ੍ਰੀਤਮ ਵੱਲੋਂ ਲਿਖੀਆਂ ਉਹ ਸਤਰਾਂ ਢੁਕਵੀਆਂ ਜਾਪਦੀਆਂ ਹਨ। ਅੱਜ ਆਖਾਂ ਵਾਰਿਸ ਸ਼ਾਹ ਨੂੰ ਤੋਂ ਕਬਰਾਂ ਵਿੱਚੋਂ ਬੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਇੱਕ ਰੋਈ ਸੀ ਧੀ ਪੰਜਾਬ ਦੀ ਤੋਂ ਲਿਖ ਲਿਖ ਮਾਰੇ ਵੈਣ। ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ। ਡੰਡੀ। ਵੇ ਦਰਦਮੰਦਾਂ ਦਿਆ ਦਰਦੀਆ ਉੱਠ ਤੱਕ ਆਪਣਾ ਪੰਜਾਬ। ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ। ਪੰਜਾਬ ਅੱਜ ਦੇ ਹਾਲ ਦਾ ਹੱਕਦਾਰ ਨਹੀਂ ਅਤੇ ਮੈਂ ਸਿਰਫ ਇਹ ਕਹਿ ਸਕਦਾ ਹਾਂ ਕਿ ਕਿਸ ਨਜ਼ਰ ਲਾਈ ਮੇਰੇ ਪੰਜਾਬ ਨੂੰ। ਡੰਡੀ।